1985 'ਚ ਜੀ ਰਿਕੁਐਸਟ ਕੀਤਾ ਸਾਈ ਦਿੱਲੀ ਵਾਲਿਆਂ ਨੇ ਕਿ ਵੀ ਸਾਨੂੰ ਆਹ ਚੀਜ਼ਾਂ ਦੇ ਦਿਓ, ਅਸੀਂ ਸਪੋਰਟਸ ਮਿਊਜ਼ੀਅਮ ਦੇ ਵਿੱਚ ਰੱਖਣਾ ਹੈ। ਹੁਣ ਇੰਨੀਆਂ ਚੀਜ਼ਾਂ 36 ਮੈਡਲ, ਬਲੇਜ਼ਰ, 120 ਤੋਂ ਜ਼ਿਆਦਾ ਤਸਵੀਰਾਂ ਜਿਨ੍ਹਾਂ ਦਾ ਕੋਈ ਅਤਾ ਪਤਾ ਹੀ ਨਹੀਂ। ਕੋਈ ਤਾਂ ਦੱਸੇ ਉਹਨੂੰ ਕੀ ਕੀਤਾ ਇਹਨਾਂ ਨੇ, ਦਫਨਾ ਦਿੱਤਾ ਕਿ ਤੁਸੀਂ ਹਿਸਟਰੀ ਗਾਇਬ ਕਰਨਾ ਚਾਹੁੰਦੇ ਹੋ। ਕਿੰਨਾ ਵੱਡਾ ਇਨਜਸਟਿਸ ਹੈ। ਜੇ ਇਸ ਕਾਬਲ ਹੈਗਾ ਬੰਦਾ ਕਿ ਉਹਨੂੰ ਵੱਡੇ ਵੱਡੇ ਅਵਾਰਡਸ ਮਿਲਣੇ ਚਾਹੀਦੇ ਨੇ, ਉਹ ਕੋਈ ਯਾਦ ਹੀ ਨਹੀਂ ਕਰਦਾ। ਜੇ ਇੱਕ ਇੱਕ ਇੱਟ ਕੜਕਾਉਣੀ ਸ਼ੁਰੂ ਕਰੋ ਬੇਸ ਤੋਂ, ਤੇ ਕਿਸ ਤਰ੍ਹਾਂ ਨਹੀਂ ਪਤਾ ਲੱਗਦਾ। ਵੱਡੇ ਵੱਡੇ ਕੇਸ ਪੁਲਿਸ ਵਾਲੇ ਸੋਲਵ ਕਰ ਲੈਂਦੇ ਨੇ। ਇਹ ਰਿਸਪੌਂਸਿਬਿਲਿਟੀ ਬਣਦੀ ਹੈ ਗਵਰਨਮੈਂਟ ਦੀ। ਦੇ ਆਰ ਆਨਸਰੇਬਲ, ਦੇ ਹੈਵ ਟੂ ਫਾਈਂਡ ਆਊਟ। ਤੁਹਾਡੇ ਵੱਲੋਂ ਇਸੇ ਤਰੀਕੇ ਦੇ ਨਾਲ ਇਹ ਕੋਸ਼ਿਸ਼ ਜਾਰੀ ਰੱਖੀ ਜਾਊਗੀ? ਮੇਰੇ ਜ਼ਿੰਦਗੀ ਦੇ ਲਾਸਟ ਪਲ ਤੱਕ। ਬਲਬੀਰ ਸਿੰਘ ਸੀਨੀਅਰ ਹੋਣੀ ਇਹ ਵੀ ਗੱਲ ਕਹਿੰਦੇ ਸੀ ਕਿ ਜਿਹੜੇ ਮੇਰੇ ਰਿਕਾਰਡ ਹੈਗੇ ਆ, ਜਿਹੜੇ ਮੈਂ ਬਣਾਏ ਹੋਏ ਨੇ, ਜੇਕਰ ਤੋੜਨੇ ਨੇ ਤਾਂ ਕਿਸੇ ਉਹ ਭਾਰਤੀ ਦੇ ਵੱਲੋਂ ਹੀ ਤੋੜੇ ਜਾਣ। ਕਹਿੰਦੇ ਮੈਂ ਸੋਚਦਾ ਮੇਰਾ ਰਿਕਾਰਡ ਟੁੱਟਣਾ ਚਾਹੀਦਾ ਹੈ, ਪਰ ਜੇ ਟੁੱਟੇ ਮੇਰੀ ਵਿਸ਼ ਇਹ ਹੈ ਕਿ ਉਹ ਕੋਈ ਭਾਰਤੀ ਖਿਲਾੜੀ ਹੀ ਤੋੜੇ। ਭਾਰਤ ਦੇ ਵਿੱਚ ਬੜੀ ਮਾਣ ਵਾਲੀ ਔਰ ਬੜੀ ਖੁਸ਼ੀ ਵਾਲੀ ਇਸ ਵੇਲੇ ਲਹਿਰ ਚੱਲ ਰਹੀ ਹੈ, ਕਿਉਂਕਿ ਭਾਰਤੀ ਹਾਕੀ ਟੀਮ 41 ਸਾਲਾਂ ਬਾਅਦ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ। ਉੱਥੇ ਹੀ ਜੇਕਰ ਮਹਿਲਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸੈਮੀਫਾਈਨਲ ਦੇ ਵਿੱਚ ਆਪਣੀ ਥਾਂ ਬਣਾ ਲਿੱਤੀ ਹੈ। ਔਰ ਹਰ ਇੱਕ ਵਿਅਕਤੀ ਅੱਜ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਇਹ ਹਾਕੀ ਦੀਆਂ ਟੀਮਸ ਭਾਰਤ ਵਾਸਤੇ ਗੋਲਡ ਦਾ ਮੈਡਲ ਲੈ ਕੇ ਆਉਣਗੀਆਂ। ਪਰ ਉੱਥੇ ਜੇਕਰ ਗੱਲ ਕਰੀਏ ਪਦਮ ਸ਼੍ਰੀ ਸਰਦਾਰ ਬਲਬੀਰ ਸਿੰਘ ਸੀਨੀਅਰ ਹੋਣਾ ਦੀ, ਜਿਨ੍ਹਾਂ ਨੇ ਭਾਰਤ ਨੂੰ 3 ਵਾਰ ਓਲੰਪਿਕਸ ਦੇ ਵਿੱਚ ਗੋਲਡ ਦਾ ਮੈਡਲ ਦਿਵਾਇਆ ਹੈ, ਤਾਂ ਉਹਨਾਂ ਦੇ ਮੈਡਲਸ ਦੀ ਭਾਰਤ ਸਰਕਾਰ ਨੇ ਕਿੰਨੀ ਕੁ ਬੁਕਤ ਪਾਈ ਹੈ, ਜਾਂ ਕਹਿ ਲਓ ਕਿ ਉਹਨਾਂ ਮੈਡਲਸ ਨੂੰ, ਉਹਨਾਂ ਦੀ ਜਿੱਤੀਆਂ ਪ੍ਰਾਪਤੀਆਂ ਨੂੰ ਉਹਨਾਂ ਨੇ ਕਿੱਥੇ ਸੰਭਾਲ ਕੇ ਰੱਖਿਆ ਹੈ, ਇਸ ਦੇ ਉੱਤੇ ਸਵਾਲ ਅੱਜ ਬਲਬੀਰ ਸਿੰਘ ਸੀਨੀਅਰ ਹੋਣਾ ਦੇ ਪਰਿਵਾਰ ਵਾਲੇ ਖੜੇ ਕਰ ਰਹੇ ਨੇ। ਹਾਲਾਂਕਿ ਪਰਿਵਾਰ ਖੁਸ਼ੀ ਜਤਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤੀ ਟੀਮ ਸੈਮੀਫਾਈਨਲਸ ਦੇ ਵਿੱਚ ਪਹੁੰਚੀ ਹੈ, ਪਰ ਇੱਕ ਗੱਲ ਜ਼ਰੂਰ ਇਹਨਾਂ ਦੇ ਵੱਲੋਂ ਇਹ ਖੜੀ ਕੀਤੀ ਜਾ ਰਹੀ ਹੈ ਕਿ ਜਿਹੜੇ ਮੈਡਲਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ, ਜਿਹੜੀ ਪ੍ਰਾਪਤੀ ਦੀ ਅਸੀਂ ਇਸ ਵੇਲੇ ਉਡੀਕ ਕਰ ਰਹੇ ਹਾਂ, ਜੇਕਰ ਗੱਲ ਕਰੀਏ ਸਰਦਾਰ ਬਲਬੀਰ ਸਿੰਘ ਸੀਨੀਅਰ ਹੋਣਾ ਦੀ ਪ੍ਰਾਪਤੀ ਦੀ, ਤਾਂ ਉਹਨਾਂ ਦੇ ਉਸ ਪ੍ਰਾਪਤੀ ਦੇ ਉੱਤੇ ਵੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਸਾਡੇ ਨਾਲ ਬਲਬੀਰ ਸਿੰਘ ਸੀਨੀਅਰ ਹੋਣਾ ਦੇ ਸਪੁੱਤਰੀ ਸ਼ਸ਼ਬੀਰ ਕੌਰ ਹੋਣੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਟੀਵੀ ਪੰਜਾਬ। ਥੈਂਕ ਯੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੁਹਾਡਾ ਕਮੈਂਟ ਜਾਣਨਾ ਚਾਹਾਂਗੇ, ਜਿਸ ਤਰੀਕੇ ਦੇ ਨਾਲ ਮੈਨਸ ਹਾਕੀ ਟੀਮ ਨੇ ਜੋ ਪ੍ਰਦਰਸ਼ਨ ਕੀਤਾ ਹੈਗਾ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪਰਫਾਰਮੈਂਸ ਰਹੀ ਹੈ, ਔਰ ਮਹਿਲਾ ਹਾਕੀ ਟੀਮ ਦੀ ਜਿਸ ਤਰੀਕੇ ਨਾਲ ਪਰਫਾਰਮੈਂਸ ਰਹੀ ਹੈ, ਉਸ ਦੇ ਉੱਤੇ ਤੁਹਾਡਾ ਕੀ? ਬਹੁਤ ਖੁਸ਼ ਹੈਗੇ ਹਾਂ ਇੰਡੀਆ ਲਈ। ਉਹੀ ਡੈਡ ਦੇ ਨਾਲ ਰਹਿ ਕੇ ਇਹੀ ਸਿੱਖਿਆ। ਹਮੇਸ਼ਾ ਵਿਸ਼ ਕਰਦੇ ਸੀ ਬੈਸਟ ਫਾਰ ਇੰਡੀਅਨ ਹਾਕੀ। ਐਂਡ ਵਿੱਚ ਜੇ ਪੀਰੀਅਡ ਇਹੋ ਜਿਹਾ ਆਇਆ ਸੀ ਕਿ ਹਾਕੀ ਬਿਲਕੁਲ ਡਾਊਨ ਚਲੇ ਗਈ ਸੀ। 2012 ਲੰਡਨ ਓਲੰਪਿਕਸ 'ਚ ਇੰਡੀਆ ਦੀ 12th ਪੋਜੀਸ਼ਨ ਆਈ ਸੀ 12th ਟੀਮਾਂ ਵਿੱਚੋਂ, ਅਤੇ ਸਲੋਲੀ ਬਟ ਇਟ ਵਾਜ਼ ਕਮਿੰਗ ਅਪ। ਔਰ ਡੈਡ ਦੀ ਹਮੇਸ਼ਾ ਹੋਪ ਹੁੰਦੀ ਸੀ ਕਿ ਇੰਡੀਆ ਟੀਮ ਜਿਹੜੀ ਹੈ ਬੜਾ ਚੰਗਾ ਕਰੂਗੀ ਇੱਕ ਦਿਨ। ਉਹ ਹਮੇਸ਼ਾ ਹਲਾਸ਼ੇਰੀ ਦਿੰਦੇ ਸੀ ਬੱਚਿਆਂ ਨੂੰ, ਯੰਗਸਟਰ ਪਲੇਅਰ ਨੂੰ ਬਹੁਤ ਖੁਸ਼ ਹੁੰਦੇ ਸੀ, ਉਹਨਾਂ ਨੂੰ ਇੰਸਪਾਇਰ ਕਰਦੇ ਸੀ। ਅਤੇ ਇੱਥੋਂ ਤੱਕ ਕਿ ਉਹਨਾਂ ਨੇ ਜਿਹੜੀ ਕਿਤਾਬ ਵੀ ਆਪਣੀ ਲਿਖੀ ਹੈ, ਉਹਦੇ ਵਿੱਚ ਇੱਕ ਮੈਂਟਲ ਸਟਰੈਂਥ ਦੇ ਬਾਰੇ ਇੱਕ ਪੂਰਾ ਚੈਪਟਰ ਪਾਇਆ ਹੋਇਆ, ਕਿ ਉਹ ਕਹਿੰਦੇ ਸੀ ਕਿ ਜਦੋਂ ਡੋਂਟ ਬੀ ਕੰਪਲੀਸੈਂਟ ਵੈਨ ਯੂ ਵਿਨ ਐਂਡ ਡੋਂਟ ਫੀਲ ਡਿਸਹਾਰਟਨਡ ਜੇ ਤੁਸੀਂ ਹਾਰਦੇ ਹੋ। ਹਰ ਮੈਚ ਦੀ ਤਰ੍ਹਾਂ ਖੇਡੋ, ਪੂਰਾ ਜ਼ੋਰ ਲਗਾਓ, ਐਂਡ ਬਾਕੀ ਰਿਜ਼ਲਟ ਦੇਖਿਆ ਜਾਏਗਾ। ਅਤੇ ਗੋਲਡ ਮੈਡਲ ਦੀ ਉਹਨਾਂ ਨੂੰ ਆਸ ਸੀ, ਉਹ ਆਸ ਲੈ ਕੇ ਹੀ ਨਾਲ ਚਲੇ ਗਏ ਸਵਰਗਾਂ ਨੂੰ। ਅਤੇ ਉਹ ਜੇ ਪੂਰੀ ਕਰਦੇ ਨੇ ਤਾਂ ਉਹ ਕਿਤੇ ਨਾ ਕਿਤੇ ਰੂਹ ਨੂੰ ਸ਼ਾਂਤੀ ਮਿਲੂਗੀ।
ਬਿਲਕੁਲ, ਮੈਂ ਉਸ ਦੇ ਬਾਰੇ ਵੀ ਗੱਲਬਾਤ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਇੱਛਾਵਾਂ ਸੀਗੀਆਂ। ਪਰ ਉਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਮੈਂ ਜ਼ਿਕਰ ਸ਼ੁਰੂਆਤ ਦੇ ਵਿੱਚ ਕੀਤਾ ਕਿ ਇਸ ਵੇਲੇ ਹਰ ਇੱਕ ਭਾਰਤੀ ਨਾਗਰਿਕ ਜਿਹੜਾ ਹੈਗਾ ਉਹ ਇਸ ਵੇਲੇ ਇਹੀ ਉਡੀਕ ਕਰ ਰਿਹਾ ਕਿ ਸਾਨੂੰ ਗੋਲਡ ਦਾ ਜਿਹੜਾ ਮੈਡਲ ਹੈਗਾ ਕਦੋਂ ਮਿਲੂਗਾ, ਕਦੋਂ ਸਾਡੀ ਟੀਮ ਜਿਹੜੀ ਹੈਗੀ ਫਾਈਨਲਸ ਦੇ ਵਿੱਚ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਜਿੱਤ ਹਾਸਲ ਕਰਦੀ ਹੈਗੀ ਹੈ। ਪਰ ਜੇਕਰ ਅਸੀਂ ਸਰਦਾਰ ਬਲਬੀਰ ਸਿੰਘ ਸੀਨੀਅਰ ਹੋਣਾ ਦੀ ਗੱਲ ਕਰੀਏ, ਜਿਨ੍ਹਾਂ ਨੇ 3 ਗੋਲਡ ਮੈਡਲ ਉਹ ਵੀ ਓਲੰਪਿਕਸ ਦੇ ਵਿੱਚ ਹਾਕੀ ਖੇਡ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਪਾਏ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ, ਉਹਨਾਂ ਦੇ ਜਿੱਤੇ ਹੋਏ ਮੈਡਲਸ ਨੂੰ, ਉਹਨਾਂ ਦੀ ਜਿੱਤੀਆਂ ਹੋਈਆਂ ਪ੍ਰਾਪਤੀਆਂ ਨੂੰ ਇਸ ਵੇਲੇ ਭਾਰਤ ਸਰਕਾਰ ਨੇ ਕਿੱਥੇ ਰੱਖਿਆ ਹੋਇਆ ਹੈ ਔਰ ਤੁਹਾਡੇ ਵੱਲੋਂ ਇਸ ਵੇਲੇ ਕੀ ਉਹਨਾਂ ਦੇ ਅੱਗੇ ਮੰਗ ਰੱਖੀ ਜਾ ਰਹੀ ਹੈ? ਬਸ ਜੀ ਗੱਲ ਇਹ ਹੈਗੀ ਹੈ ਸਿੰਪਲ ਕਿ ਜਿਹੜਾ ਇਤਿਹਾਸ ਹੈ ਉਹਨੂੰ ਸਹਿਜ ਕੇ ਰੱਖਣਾ ਚਾਹੀਦਾ ਹੈ, ਸੰਭਾਲ ਕੇ ਰੱਖਣ, ਤਾਂ ਕਿ ਬੱਚੇ ਉਹ ਡੈਡ ਦੇ ਵਿੱਚ ਹਮੇਸ਼ਾ ਇਹ ਹੁੰਦੀ ਸੀ ਕਿ ਵੀ ਅਸੀਂ ਯੰਗਰ ਜਨਰੇਸ਼ਨਸ ਨੂੰ ਇੰਸਪਾਇਰ ਕਰ ਸਕੀਏ, ਤਾਂ ਕਿ ਉਹ ਕੱਲ੍ਹ ਦੇ ਖਿਲਾੜੀ ਉਹੀ ਬਣਨੇ ਨੇ, ਉਹਨਾਂ ਨੇ ਅਗਲੇ ਆਉਣ ਵਾਲੇ ਸਾਲਾਂ 'ਚ ਮੈਡਲ ਲੈ ਕੇ ਆਉਣੇ ਨੇ। ਪਰ ਜੇ ਉਹ ਨਿਸ਼ਾਨੀਆਂ ਹੀ ਨਾ ਹੋਣ ਉਹਨਾਂ ਨੂੰ ਇੰਸਪਾਇਰ ਕਰਨ ਲਈ, ਉਹ ਹਿਸਟਰੀ ਹੀ ਨਾ ਅਵੇਲੇਬਲ ਹੋਏ ਉਹਨਾਂ ਨੂੰ ਦੱਸਣ ਲਈ ਕਿ ਇਹ ਪਲੇਅਰ ਸੀ, ਕਿੰਨੀਆਂ ਸਿੰਪਲ ਬੈਕਗਰਾਊਂਡ ਤੋਂ ਉੱਠ ਕੇ ਉਹਨਾਂ ਨੇ ਭਾਰਤ ਲਈ, ਝੰਡੇ ਲਈ ਇੰਨਾ ਕੁਝ ਕੰਟਰੀਬਿਊਟ ਕੀਤਾ ਸਾਰੀ ਕੰਟਰੀ ਲਈ, ਅਤੇ ਉਹਨਾਂ ਦਾ ਨਾਂ ਹੀ ਨਾ ਪਤਾ ਹੋਵੇ ਅਤੇ ਉਹਨਾਂ ਲਈ ਕੋਈ ਸਟੈਪਿੰਗ ਸਟੋਨਸ ਹੀ ਨਹੀਂ ਰਹਿਣੇ ਫੋਲੋ ਕਰਨ ਨੂੰ, ਉਹ ਕੀ ਫੋਲੋ ਕਰਨਗੇ ਬੱਚੇ? ਅਤੇ ਬਸ ਇਹ ਹੈਗਾ ਕਿ ਭਾਰਤ ਸਰਕਾਰ ਨੂੰ ਇੰਨਾ ਪਤਾ ਕਰਨਾ ਚਾਹੀਦਾ ਕਿ ਤਾਂ ਵੱਡੇ ਵੱਡੇ ਕੇਸ ਸੋਲਵ ਕਰ ਲੈਂਦੇ ਨੇ, ਹਾਲੇ ਤੱਕ ਆ ਨਹੀਂ ਪਤਾ ਕਰ ਸਕੇ ਕਿ ਸ਼ੁਰੂਆਤ ਕਦੋਂ ਹੋਈ ਸੀਗੀ? ਕਿਉਂਕਿ ਸਾਈ ਜਦੋਂ ਬਣਿਆ ਤਾਂ ਉਹਨਾਂ ਨੇ ਬਲਬੀਰ ਸਿੰਘ ਸੀਨੀਅਰ ਉਹਨਾਂ ਨੂੰ ਅਪਰੋਚ ਕੀਤੀ ਤਾਂ ਉਹਨਾਂ ਨੇ ਆਪਣੀ ਜੋ ਵੀ ਜਮ੍ਹਾਂ ਪੂੰਜੀ ਸੀ, ਕਿਉਂਕਿ ਖੂਨ ਪਸੀਨੇ ਦੀ ਇਹ ਕਮਾਈ ਹੁੰਦੀ ਹੈਗੀ ਹੈ, ਜਿਸ ਤਰੀਕੇ ਦੇ ਨਾਲ ਇੱਕ ਬੰਦਾ ਕੰਮ ਕਰਦਾ ਉਹ ਸੈਲਰੀ ਲਈ ਕੰਮ ਕਰਦਾ, ਇੱਕ ਪਲੇਅਰ ਕਿਹਾ ਜਾਂਦਾ ਉਹ ਮੈਡਲਸ ਲਈ ਕੰਮ ਕਰਦਾ ਹੈ, ਉਸ ਦੇ ਲਈ ਖੇਡਦਾ ਹੈਗਾ, ਦੇਸ਼ ਵਾਸਤੇ ਖੇਡਦਾ ਹੈ, ਤਾਂ ਖੂਨ ਪਸੀਨੇ ਦੀ ਕਮਾਈ ਬਲਬੀਰ ਸਿੰਘ ਸੀਨੀਅਰ ਉਹਨਾਂ ਨੇ ਵੀ ਤੁਰੰਤ ਦੇ ਦਿੱਤੀ ਉਹਨਾਂ ਨੂੰ। ਫਿਰ ਇਹੀ ਸੀ ਨਾ ਬਈ ਜਿਹੜੇ ਰੀਜ਼ਨ ਲਈ ਮੰਗੇ ਗਏ ਉਹਦੇ ਲਈ ਤਾਂ ਉਹ ਜਸਟੀਫਾਈਡ ਸੀ, ਕਹਿੰਦੇ ਹਾਂ ਦੇਣੇ ਆ, ਬੱਚਿਆਂ ਲਈ ਦੇਣੇ ਆ, ਉਹਨਾਂ ਨੂੰ ਇੰਸਪਾਇਰ ਕਰਨ ਲਈ। ਇਹ ਕਿਹੜੇ ਸਾਲ ਦੇ ਵਿੱਚ? 1985 'ਚ ਜੀ ਰਿਕੁਐਸਟ ਕੀਤਾ ਸਾਈ ਦਿੱਲੀ ਵਾਲਿਆਂ ਨੇ ਕਿ ਵੀ ਸਾਨੂੰ ਆਹ ਚੀਜ਼ਾਂ ਦੇ ਦਿਓ, ਅਸੀਂ ਸਪੋਰਟਸ ਮਿਊਜ਼ੀਅਮ ਦੇ ਵਿੱਚ ਰੱਖਣਾ ਹੈ ਜੀ। ਅਤੇ ਉਹਦੇ ਬਾਅਦ ਪਿਤਾ ਸ਼੍ਰੀ ਨੇ ਕਦੀ ਪੁੱਛਿਆ ਨਹੀਂ ਕਿੱਥੇ ਗਈਆਂ ਚੀਜ਼ਾਂ। 2012 ਲੰਡਨ ਓਲੰਪਿਕਸ ਦੀ ਗੱਲ ਹੈ, ਜਦੋਂ ਉਹਨਾਂ ਨੂੰ ਸਾਰੇ ਦੁਨੀਆ ਦੇ 16 ਆਈਕੋਨਿਕ ਓਲੰਪੀਅਨਸ ਪੂਰੀ ਮਾਡਰਨ ਓਲੰਪਿਕਸ ਦੀ ਹਿਸਟਰੀ ਵਿੱਚੋਂ 1896 ਤੋਂ ਲੈ ਕੇ ਅੱਜ ਤੱਕ ਦੇ ਟਾਈਮ 'ਚੋਂ 16 ਆਈਕੋਨਿਕ ਓਲੰਪੀਅਨਸ ਚੁਣੇ, 8 ਮੈਨ 8 ਵੂਮੈਨ। ਉਹਦੇ ਵਿੱਚ ਬਲਬੀਰ ਸਿੰਘ ਸਿਰਫ ਇੱਕੋ ਇੱਕ ਬੇਸਡ ਔਨ ਹਿਸ ਅਚੀਵਮੈਂਟਸ, ਦ ਰੈਕਰਡਸ ਦੈਟ ਹੀ ਹੈਜ਼ ਮੇਡ, ਜਿਹੜੇ ਅੱਜ ਤੱਕ ਅਨਬ੍ਰੋਕਨ ਅਨਮੈਚਡ ਨੇ ਬਾਏ ਐਨੀ ਪਲੇਅਰ ਇਨ ਦ ਵਰਲਡ, ਨਾਟ ਓਨਲੀ ਇੰਡੀਆ। ਅਤੇ ਉਹਦੀ ਬੇਸਿਸ 'ਤੇ ਚੁਣਿਆ ਗਿਆ। ਅਤੇ ਉਹਨਾਂ ਨੇ ਜਦੋਂ ਕਿਹਾ ਕਿ ਅਸੀਂ ਡਿਊਰਿੰਗ ਓਲੰਪਿਕਸ 2 ਹਫ਼ਤੇ ਆਪਾਂ ਇੱਥੇ ਐਗਜ਼ੀਬਿਸ਼ਨ ਲਾਉਣੀ ਹੈ ਓਪਰਾ ਹਾਊਸ ਵਿੱਚ, ਆਪਣੇ ਮੈਡਲ ਸਾਨੂੰ ਦੇ ਦਿਓ ਅਤੇ ਅਸੀਂ ਲੋਨ 'ਤੇ, ਉਹਦੇ ਬਾਅਦ ਨਾਲੇ ਬਲੇਜ਼ਰ ਦੇ ਦਿਓ ਅਤੇ ਆਪਾਂ ਐਗਜ਼ੀਬਿਸ਼ਨ ਦੇ ਬਾਅਦ ਵਾਪਸ ਕਰ ਦੇਂਗੇ ਤੁਹਾਡੀ ਕੰਟਰੀ ਨੂੰ। ਉਦੋਂ ਪਤਾ ਲੱਗਾ ਕਿ ਸਾਈ ਕਹਿੰਦੇ ਸਾਡੇ ਕੋਲ ਬਲਬੀਰ ਸਿੰਘ ਦਾ ਕੁਛ ਵੀ ਨਹੀਂ ਹੈਗਾ। ਹੁਣ ਇੰਨੀਆਂ ਚੀਜ਼ਾਂ, 36 ਮੈਡਲ, ਬਲੇਜ਼ਰ, 120 ਤੋਂ ਜ਼ਿਆਦਾ ਤਸਵੀਰਾਂ, ਜਿਨ੍ਹਾਂ ਦਾ ਕੋਈ ਅਤਾ ਪਤਾ ਹੀ ਨਹੀਂ। ਹੁਣ ਇਹਦਾ ਕੀ ਜਵਾਬ ਹੈ? ਕੋਈ ਤਾਂ ਜਵਾਬ ਦੱਸੇ, ਕੋਈ ਤਾਂ ਦੱਸੇ ਉਹਨੂੰ ਕੀ ਕੀਤਾ ਇਹਨਾਂ ਨੇ? ਦਫਨਾ ਦਿੱਤਾ ਕਿ ਤੁਸੀਂ ਹਿਸਟਰੀ ਗਾਇਬ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕਿਤੇ ਵੇਚ ਦਿੱਤੀਆਂ ਬਾਹਰ। ਕੁਝ ਸਾਲ ਪਹਿਲਾਂ ਇੱਕ ਬ੍ਰੈਡਮੈਨ ਦਾ ਬਲੇਜ਼ਰ ਸੀ ਅਤੇ ਉਹਨੇ ਓਲੰਪਿਕਸ ਵਿੱਚ ਵੀ ਨਹੀਂ ਪਾਇਆ, ਆਰਡੀਨਰੀ ਜੈਕਟ, ਉਹ ਮੋਰ ਦੈਨ 60 ਲੱਖ ਵਿੱਚ ਆਕਸ਼ਨ ਹੋਇਆ। ਉਦੋਂ ਵੀ ਮੈਂ ਲਿਖਿਆ ਸੀ, ਮੈਂ ਕਿਹਾ ਵੀ ਉਹ ਇੱਕ ਆਰਡੀਨਰੀ ਬਲੇਜ਼ਰ ਇੰਨੀ ਦਾ ਆਕਸ਼ਨ ਹੋਇਆ, ਵਾਟ ਅਬਾਊਟ ਮਾਈ ਫਾਦਰਸ ਓਲੰਪਿਕਸ ਬਲੇਜ਼ਰ? ਉਹਦਾ ਕੋਈ ਆਨਸਰ ਹੀ ਨਹੀਂ। ਇਹ ਯਾਦਾਂ ਹੀ ਹੁੰਦੀਆਂ ਜਿਹੜੀਆਂ ਬੰਦਾ ਸਾਰੀ ਜ਼ਿੰਦਗੀ ਅੱਗੇ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ, ਅੱਗੇ ਆਪਣੇ ਦੇਸ਼ ਦੇ ਜਿਹੜੇ ਖਿਡਾਰੀ ਹੈਗੇ ਉਹਨਾਂ ਨੂੰ ਦਿਖਾ ਸਕਦਾ ਹੈਗਾ। ਅੱਜ ਮਲਾਲ ਹੁੰਦਾ ਇਸ ਚੀਜ਼ ਦਾ ਕਿ ਉਹ ਕੀਤੀ ਹੋਈ ਸਾਰੀ ਮਿਹਨਤ ਕਿੱਥੇ ਗਈ ਹੈਗੀ, ਉਹ ਚੀਜ਼ਾਂ ਨੂੰ ਕਿਉਂ ਸਰਕਾਰ ਅਜੇ ਤੱਕ ਨਹੀਂ ਦਿਖਾ ਪਾ ਰਹੀ। ਹਾਂ ਬਿਲਕੁਲ, ਉਹੀ ਮੈਂ ਕਹਿੰਦੀ ਹਾਂ ਵੀ ਇੱਕ ਬੰਦੇ ਨੂੰ, ਜਿਹਨੂੰ ਪਲੇਅਰ ਨੂੰ, ਜਿਹਨੂੰ ਸਿਰ ਮੱਥੇ 'ਤੇ ਚੁੱਕ ਕੇ ਰੱਖਣਾ ਚਾਹੀਦਾ ਕੰਟਰੀ ਨੂੰ, ਕਿਉਂਕਿ ਕੰਟਰੀ ਲਈ ਸਾਰੀ ਜ਼ਿੰਦਗੀ ਲਾਈ, ਅਤੇ ਉਹਦਾ ਤੁਸੀਂ ਨਾਂ ਹੀ ਮਿਟਾ ਦੇਣਾ ਚਾਹੁੰਦੇ ਹੋ ਕਿ ਪਤਾ ਹੀ ਨਾ ਲੱਗੇ ਕਿੱਥੇ ਗਿਆ। ਔਰ ਕਿੰਨਾ ਵੱਡਾ ਇਨਜਸਟਿਸ ਹੈ। ਜੇ ਇਸ ਕਾਬਲ ਹੈਗਾ ਬੰਦਾ ਕਿ ਉਹਨੂੰ ਵੱਡੇ ਵੱਡੇ ਅਵਾਰਡਸ ਮਿਲਣੇ ਚਾਹੀਦੇ ਨੇ,
ਉਹ ਕੋਈ ਯਾਦ ਹੀ ਨਹੀਂ ਕਰਦਾ। ਹੌਲੀ ਹੌਲੀ ਇਹ ਯਾਦਾਂ ਵੀ ਮਿਟ ਜਾਣਗੀਆਂ, ਅਸੀਂ ਵੀ ਲੜਨ ਵਾਲੇ ਵੀ ਨਿਕਲ ਜਾਣਗੇ। ਹੁਣ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਦੇਖਿਆ ਹੈ ਖੇਡਦਿਆਂ ਨੂੰ, ਜਿਹੜੇ ਉਹਨੂੰ ਐਜ਼ ਅ ਪਰਸਨ ਜਾਣਦੇ ਸੀ, ਉਹ ਵੀ ਤਾਂ ਮਿਟਦੇ ਜਾ ਰਹੇ ਨੇ ਨਾ, ਉਹ ਵੀ ਚਲੇ ਸਵਰਗ ਸੁਧਾਰਦੇ ਜਾ ਰਹੇ ਨੇ। ਕਿਉਂਕਿ ਉਹ ਟਾਈਮ ਦੇ ਵਿੱਚ ਨਾ ਸੋਸ਼ਲ ਮੀਡੀਆ ਹੁੰਦਾ ਸੀ, ਨਾ ਕੋਈ ਵੀਡੀਓਗ੍ਰਾਫੀ ਹੁੰਦੀ ਸੀਗੀ, ਅਖਬਾਰਾਂ ਹੁੰਦੀਆਂ ਸੀ ਕਦੀ ਕਦੀ, ਦੈਟਸ ਇਟ, ਜਾਂ ਰੇਡੀਓ 'ਤੇ ਕਮੈਂਟਰੀ ਆਉਂਦੀ ਸੀ, ਉਹ ਕਮੈਂਟਰੀ ਕਰਨ ਵਾਲੇ ਵੀ ਚਲੇ ਗਏ। ਜਸਦੇਵ ਸਿੰਘ ਜੀ, ਬਿਲਕੁਲ, ਉਹ ਵੀ ਜਾਣ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਮਿਲ ਕੇ ਗਏ ਸੀ ਡੈਡ ਨੂੰ, ਇੱਥੇ ਆਏ ਸੀ ਘਰ, ਤਾਂ ਉਹ ਵੀ ਗਏ। ਤਾਂ ਦੱਸਣ ਵਾਲਾ ਹੀ ਕੋਈ ਨਹੀਂ। ਜੇ ਤੁਸੀਂ ਹਿਸਟਰੀ ਵੀ ਨਹੀਂ ਰੱਖੋਗੇ ਤਾਂ ਅਗਲਿਆਂ ਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਬੱਚਿਆਂ ਨੂੰ ਬਈ ਕੌਣ ਹੈ। ਫਿਰ ਤੁਸੀਂ ਮੁਲਾਕਾਤ ਕਿਸ ਨਾਲ ਹੁਣ ਤੱਕ ਕਰ ਚੁੱਕੇ ਹੈਗੇ ਹੋ, ਕਿਸ ਨੂੰ ਜਾ ਕੇ ਮਿਲ ਚੁੱਕੇ ਹੈਗੇ ਹੋ ਕਿ ਇੰਨੇ ਮੈਡਲ ਸੀਗੇ, ਇੰਨੀਆਂ ਪ੍ਰਾਪਤੀਆਂ ਸੀਗੀਆਂ, ਬਲੇਜ਼ਰ ਸੀਗਾ? ਸਭ ਨੂੰ ਪਰਸਨਲ ਚਿੱਠੀਆਂ ਵੀ ਪਾਈਆਂ। 5-6 ਸਪੋਰਟਸ ਮਿਨਿਸਟਰ ਆਫ ਇੰਡੀਆ ਬਦਲ ਚੁੱਕੇ ਨੇ, ਠੀਕ ਹੈ, ਉਹ ਸਾਰਿਆਂ ਨੂੰ ਅਪਰੋਚ ਕਰ ਲਿਆ, ਸਵਾਏ ਛੱਡ ਕੇ ਕਿ ਹੁਣ ਬਿਕੋਜ਼ ਆਫ ਕਰੋਨਾ ਅਸੀਂ ਰਿਜੂ ਨੂੰ ਨਹੀਂ ਮਿਲ ਸਕੇ, ਅਤੇ ਆ ਜਿਹੜੇ ਹੁਣ ਨਵੇਂ ਅਤੇ ਹਾਲੇ ਬਣੇ ਹੀ ਬਣੇ ਨੇ ਉਹਨਾਂ ਨੂੰ ਨਹੀਂ ਮਿਲੇ। ਰਠੌਰ ਤੱਕ ਮਿਲੇ ਸੀ। ਰਠੌਰ ਨੇ ਕਿਹਾ ਅੱਛਾ ਚਲੋ ਜੀ, ਕਰ ਕੇ ਵੀ ਮੈਂ ਪ੍ਰੋਮਿਸ ਕਰਦਾ ਅਸੀਂ RTI ਕਰਵਾਉਂਦੇ ਹਾਂ। ਤਾਂ RTI ਕਰਾ ਦੇ ਕਹਿ ਕੇ ਜਦੋਂ ਪਤਾ ਕੀਤਾ, RTI ਕੀਤਾ ਸਿਰਫ ਫॉर वन ब्लेजर अगेंस्ट people unknown, you know, which ਉਹ again it is eyewash, ਬਿਕੋਜ਼ ਉਹ ਜਿਹੜਾ ਹੈਗਾ ਪੁਲਿਸ ਵਾਲਿਆਂ ਨੂੰ ਅਥਾਰਟੀ ਨਹੀਂ ਦਿੰਦਾ ਕਿ ਤੁਸੀਂ ਰੱਜ ਕੇ ਕਰ ਲਓ ਇਨਵੈਸਟੀਗੇਸ਼ਨ। ਜੇ ਇੱਕ ਇੱਟ ਕੜਕਾਉਣੀ ਸ਼ੁਰੂ ਕਰੋ ਬੇਸ ਤੋਂ, ਅਤੇ ਕਿਸ ਤਰ੍ਹਾਂ ਨਹੀਂ ਪਤਾ ਲੱਗਦਾ। ਵੱਡੇ ਵੱਡੇ ਕੇਸ ਪੁਲਿਸ ਵਾਲੇ ਸੋਲਵ ਕਰ ਲੈਂਦੇ ਨੇ ਇੰਡੀਆ ਦੇ, ਅਤੇ ਅਗਲੇ ਦਿਨ ਕਿਸੇ ਦੀ ਗਾਈ ਮੱਝ ਗੁਆਚ ਜਾਏ ਉਹ ਲੱਭ ਕੇ ਲੈ ਆਉਂਦੇ ਨੇ। ਉਹ ਤਾਂ ਪੂਰੀ ਜ਼ਿੰਦਗੀ ਦੀ ਸਰਮਾਇਆ ਹੈਗੀ ਹੈ। ਪੰਜਾਬ ਸਰਕਾਰ ਦੇ ਨਾਲ ਵੀ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪੰਜਾਬ ਦੇ ਖੇਡ ਮੰਤਰੀ ਦੇ ਨਾਲ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਇਹ ਮੈਟਰ ਜਿਹੜਾ ਹੈਗਾ ਕੇਂਦਰ ਸਰਕਾਰ ਤੱਕ ਪੁੱਟ ਅਪ ਕੀਤਾ ਜਾਵੇ? ਨਹੀਂ, ਇਹ ਨਹੀਂ ਕੀਤੀ, ਕਿਉਂਕਿ ਆਪਾਂ ਡਾਇਰੈਕਟਲੀ ਉਹਨਾਂ ਨੂੰ ਕੀਤੀ ਸੀ। ਹਾਂਜੀ, ਉਹ ਫਿਰ ਜਦੋਂ ਇੱਥੇ ਆਪਣੇ ਮਿਨਿਸਟਰ ਵੀ ਤੁਹਾਡੇ ਘਰ ਆ ਕੇ ਮਿਲ ਕੇ ਚਲੇ ਗਏ, ਦੈਨ ਅਮਿਤ ਸ਼ਾਹ ਜੀ ਘਰ ਆਏ ਸੀ, ਹੈ ਨਾ, ਤਾਂ ਤੁਸੀਂ ਦੱਸੋ ਵੀ ਫਿਰ ਆਪਾਂ ਨੂੰ ਤਸੱਲੀ ਹੁੰਦੀ ਹੈ ਵੀ ਕੁਝ ਹੋਏਗਾ। ਜੇ ਨਹੀਂ ਹੋਇਆ ਫਿਰ ਕੀ ਕਰੀਏ, ਕਿੱਥੇ ਜਾਏ ਆਰਡੀਨਰੀ ਬੰਦਾ। ਕੀ ਲੱਗਦਾ ਪਰ ਇਹਦੇ ਪਿੱਛੇ ਕਾਰਨ ਤੁਹਾਨੂੰ ਕੀ ਜਾਪਦਾ ਹੈ, ਕੀ ਹੋ ਸਕਦੇ ਨੇ? ਕਿਉਂਕਿ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਕਿਸੇ ਹੋਰ ਦੇਸ਼ ਦਾ ਕੋਈ ਖਿਡਾਰੀ ਹੋਵੇ, ਤਾਂ ਆਪਣੇ ਦੇਸ਼ ਦਾ ਖਿਡਾਰੀ ਹੈਗਾ, ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਇਹੋ ਜਿਹੀ ਚੀਜ਼ਾਂ ਤਾਂ ਸਭ ਦੇ ਸਾਹਮਣੇ ਹੋਣੀਆਂ ਚਾਹੀਦੀਆਂ, ਬਲਕਿ ਇਸ ਨੂੰ ਤਾਂ ਲੋਕਾਂ ਤੱਕ ਲੈ ਕੇ ਆਉਣਾ ਚਾਹੀਦਾ, ਪਲੇਅਰਾਂ ਦੇ ਵਿੱਚ ਦਿਖਾਉਣਾ ਚਾਹੀਦਾ ਤਾਂ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਹੋ ਸਕੇ। ਫਿਰ ਇਹ ਕੀ ਕਾਰਨ ਤੁਹਾਨੂੰ ਲੱਗਦਾ ਕਿ ਇਸ ਨੂੰ ਖੁਰਦ-ਬੁਰਦੀ ਕਰ ਦਿੱਤਾ ਗਿਆ? ਕਾਰਨ ਨਹੀਂ ਕਿਹਾ ਜਾ ਸਕਦਾ, ਮੈਨੂੰ ਆਪ ਸਮਝ ਨਹੀਂ ਆਉਂਦਾ। ਮੈਂ ਤਾਂ ਇਨਡਾਇਰੈਕਟਲੀ ਇੰਨਾ ਹੀ ਜਾਣਦੀ ਹਾਂ ਵੀ ਜੇ ਇੱਕ ਬੰਦੇ ਦੀਆਂ ਸਾਰੀਆਂ ਚੀਜ਼ਾਂ, ਸਾਰਾ ਮੈਮੋਰੇਬਿਲਿਆ ਗੁਆ ਦਿੱਤਾ, ਛੁਪਾ ਦਿੱਤਾ, ਕਿਤੇ ਵੀ ਗਾਇਬ ਹੋ ਗਿਆ, ਤਾਂ ਬਹੁਤ ਵੱਡੀ ਕੌਨਸਪੀਰੇਸੀ ਹੈ। ਕਿੰਨੇ ਕੀਤੀ, ਕਿਉਂ ਕੀਤੀ, ਇਹ ਤਾਂ ऑफिशियल्स ਨੂੰ ਪਤਾ ਕਰਨਾ ਚਾਹੀਦਾ ਹੈ। ਮੈਂ ਕੀ ਕਹਾਂ ਜਾਂ ਜਰਨਲਿਸਟ ਕਰਨ, ਕੋਈ ਤਾਂ ਪਤਾ ਕਰੇ। ਹੁਣ ਆਰਡੀਨਰੀ ਬੰਦਾ, ਆਈ ਐਮ ਅ ਹਾਊਸ ਵਾਈਫ ਸਿਟਿੰਗ ਇਨ ਦਾ ਹਾਊਸ, ਹਾਊ ਫਾਰ ਆਈ ਕੈਨ ਗੋ, ਆਈ ਹੈਵ ਡਨ ਆਲਰੇਡੀ ਦੈਟ ਆਈ ਕੁਡ ਡੂ ਸੋ ਫਾਰ ਵਿਦ ਨੋ ਮਨੀ ਇਨ ਮਾਈ ਹੈਂਡ। ਆ ਵੀ ਗੱਲ ਹੈ, ਮਤਲਬ ਯਾਦ ਹੋਵੇ ਨਾ, ਤੁਹਾਡੀ ਬੜੀ ਜ਼ਿਆਦਾ, ਤੁਹਾਡੀਆਂ ਪੈਸਾ ਬਹੁਤ ਹੈਗਾ, ਜ਼ਮੀਨਾਂ ਬਹੁਤ ਨੇ, ਤੁਸੀਂ ਕੇਸ ਲੜ ਲਓ, ਆ ਕਰ ਲਓ, ਕੁਛ ਵੀ ਨਹੀਂ, ਜ਼ੀਰੋ ਹੈ। ਮੈਂ ਪੈਨਸ਼ਨ 'ਤੇ ਰਹਿੰਦੀ ਹਾਂ, ਡੈਡ ਦੀ ਵੀ ਪੈਨਸ਼ਨ ਅੱਧੀ ਪਚੱਧੀ ਮਿਲਦੀ ਸੀ, ਤਾਂ ਫਿਰ ਅਸੀਂ ਕੇਸ ਕੀ ਲੜਨੇ ਨੇ? ਰਿਕੁਐਸਟ ਕਰ ਸਕਦੇ ਹਾਂ। ਇਹ ਰਿਸਪੋਂਸਿਬਿਲਿਟੀ ਬਣਦੀ ਹੈ ਗਵਰਨਮੈਂਟ ਦੀ, ਦੇ ਆਰ ਆਨਸਰੇਬਲ, ਦੇ ਹੈਵ ਟੂ ਫਾਈਂਡ ਆਊਟ। ਤੁਹਾਡੇ ਵੱਲੋਂ ਇਸੇ ਤਰੀਕੇ ਦੇ ਨਾਲ ਇਹ ਕੋਸ਼ਿਸ਼ ਜਾਰੀ ਰੱਖੀ ਜਾਊਗੀ? ਮੇਰੇ ਜ਼ਿੰਦਗੀ ਦੇ ਲਾਸਟ ਪਲ ਤੱਕ ਇਹ ਮੇਰੀ ਜ਼ਿੰਦਗੀ ਦਾ ਮਕਸਦ ਹੈ। ਮੈਂ ਕਹਿੰਦੀ ਹਾਂ ਮੇਰੇ ਫਾਦਰ ਨੂੰ ਕੋਈ ਜਸਟਿਸ ਮਿਲਣਾ ਚਾਹੀਦਾ, ਨਾ ਤੇ ਰੈਕੋਗਨੀਸ਼ਨ ਮਿਲੀ, 2 ਵਾਰੀ ਭਾਰਤ ਰਤਨ ਰਿਕਮੈਂਡ ਹੁੰਦਾ, ਕੁਛ ਨਹੀਂ। ਇੰਨਾ ਕਮਾਈ, ਸਭ ਨਾਲੋਂ ਜ਼ਿਆਦਾ ਕਮਾਈ ਕਰਨ ਦੇ ਬਾਅਦ ਸੋਲ ਪਦਮਾ ਸ਼੍ਰੀ, ਕੀ ਆਨਸਰ ਹੈ ਇਹਦਾ? ਕੀ ਫਾਇਦਾ? ਤਾਂ ਕਿਉਂ ਤੁਹਾਨੂੰ ਲੱਗਦਾ ਹੈ ਕਿ ਹਾਕੀ ਹੀ ਗੇਮ ਅਜਿਹੀ ਹੈ ਜਿਸ ਦੇ ਵਿੱਚ ਰੈਕੋਗਨੀਸ਼ਨ ਨਹੀਂ ਮਿਲਦੀ, ਜਾਂ ਫਿਰ ਬਲਬੀਰ ਸਿੰਘ ਸੀਨੀਅਰ ਉਹਨਾਂ ਨੂੰ ਸਪੈਸੀਫਿਕਲੀ ਟਾਰਗੇਟ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ? ਕਿਉਂਕਿ ਅਸੀਂ ਦੇਖਿਆ ਹੋਰ ਗੇਮਸ ਦੇ ਵਿੱਚ। ਆਨਸਰ ਮੈਂ ਨਹੀਂ ਦੇ ਸਕਦੀ, ਕੀ ਮੈਂ ਆਨਸਰ ਦਊਂਗੀ? ਤੁਸੀਂ ਆਪ ਹੀ ਸੋਚੋ, ਆਪ ਯੂ ਫਾਈਂਡ ਆਊਟ ਵਾਟ ਯੂ ਨੋ। ਲਾਈਕ ਮੇਰਾ ਇਹ ਹੈਗਾ ਕਿ ਕਹਿੰਦੇ ਕੁਛ ਨਹੀਂ ਸੀ ਡੈਡ ਆਪਣੇ ਮੂੰਹ, ਮੇਰਾ ਦੇਸ਼, ਮੇਰਾ ਝੰਡਾ, ਮੈਂ ਇਹਦੇ ਅਗੇਂਸਟ ਨਹੀਂ ਕੁਛ ਬੋਲਣਾ। ਹੁਣ ਦੱਸੋ, ਸਾਡੇ ਹੱਥ ਤਾਂ ਬੰਨ੍ਹ ਨਹੀਂ ਦਿੰਦੇ ਸੀ ਨਾ, ਇਹ ਤਾਂ ਅਸੀਂ ਫਿਰ ਹੱਥ ਬੰਨੇ ਹੋਏ ਅਸੀਂ ਇੰਨੇ RTI ਐਪੀਲੇਟ ਕਰ ਲਏ ਕਿ ਸਾਨੂੰ ਕੁਛ ਤਾਂ ਪਤਾ ਲੱਗੇ।
ਵੀ ਮੇਰੇ ਕੰਟਰੀ ਦੀ, ਮੇਰੇ ਝੰਡੇ ਦੀ ਬੇਇੱਜ਼ਤੀ ਨਾ ਹੋਵੇ ਕਿਤੇ। ਇਹੋ ਜਿਹੇ ਬੰਦੇ ਸੀ ਉਹ। ਇਹ ਵੀ ਆਪਣੇ ਆਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਇਹ ਖਾਸੀਅਤ ਸੀਗੀ। ਬਹੁਤ ਜ਼ਿਆਦਾ। ਦੈਟ ਇਜ਼ ਵਾਟ ਹੀ ਵਾਜ਼ ਕਿ ਮਤਲਬ ਜੋ ਮਰਜ਼ੀ ਹੋ ਜਾਏ, ਮੇਰੇ ਦੇਸ਼ ਦੇ ਬਾਰੇ ਕੋਈ ਨਾ ਗੱਲ ਕਰੇ। ਅੱਜ ਵੈਸੇ ਇਸ ਸੰਸਾਰ ਨੂੰ ਅਲਵਿਦਾ ਅੱਗੇ ਬਹੁਤ ਵੱਡਾ ਘਾਟਾ ਹੈ, ਤਾਂ ਉਹ ਜ਼ਿੰਦਗੀ ਭਰ ਹੀ ਰਹੂਗਾ, ਕਦੀ ਪੂਰਾ ਨਹੀਂ ਹੋ ਸਕਦਾ। ਪਰ ਕਿਵੇਂ ਦੇਖਦੇ ਹੋ ਜੇ ਅੱਜ ਉਹ ਇਹਨਾਂ ਮੈਚਿਸ ਨੂੰ ਦੇਖ ਰਹੇ ਹੁੰਦੇ ਤਾਂ ਕੀ ਉਹਨਾਂ ਦੇ ਹਾਵ ਭਾਵ ਹੋਣੇ ਸੀਗੇ? ਔਰ ਉਸ ਤੋਂ ਪਹਿਲਾਂ ਜਦੋਂ ਮੈਚਿਸ ਹੁੰਦੇ ਸੀ ਤਾਂ ਕਿਵੇਂ ਘਰ ਦੇ ਵਿੱਚ ਮਾਹੌਲ ਹੁੰਦਾ ਸੀ? ਬਹੁਤ ਸੋਹਣੇ, ਬਹੁਤ ਸੋਹਣਾ। ਮਤਲਬ ਪਹਿਲਾਂ ਹੀ ਪਲਾਨ ਹੋ ਜਾਂਦੀ ਸੀ, ਮੈਚ ਆਉਣਾ ਹੈ, ਇੰਨੇ ਵਜੇ ਆਉਣਾ, ਅੱਧੀ ਰਾਤ ਨੂੰ ਹੋਣਾ, ਪੂਰਾ ਮੈਚ ਦੇਖਣਾ ਬੈਠ ਕੇ। ਉਹ ਕੁਰਸੀ ਸਾਨੂੰ ਹਾਲੇ ਵੀ ਯਾਦ ਦਿਵਾਉਂਦੀ ਹੈ, ਖਾਲੀ ਕੁਰਸੀ। ਮੈਚ ਮੈਂ ਵੀ ਹੁਣ ਇਸ ਵਾਰੀ ਵੀ ਸਾਰੇ ਦੇਖੇ ਨੇ, ਪਰ ਖਾਲੀ ਕੁਰਸੀ, ਕਿਉਂਕਿ ਉੱਧਰ ਮੈਚ ਚੱਲਦਾ, ਅਸੀਂ ਇਕੱਠੇ ਦੇਖਦੇ, ਇਕੱਠੇ ਇੰਜੋਏ ਕਰਦੇ, ਕਦੀ ਉਹਨਾਂ ਦੇ ਮੂੰਹ ਵੱਲ ਦੇਖਦੇ ਵੀ ਕੀ ਰਿਐਕਸ਼ਨ ਕੀ ਹੋ ਰਿਹਾ। ਜਦੋਂ ਗੋਲ ਹੁੰਦਾ ਹੈ ਉਦੋਂ ਛਾਲ ਮਾਰ ਲੈਂਦੇ ਸੀ, 95 ਸਾਲ ਦੀ ਉਮਰ 'ਚ ਵੀ ਕੁਰਸੀ ਤੋਂ ਬਾਹਰ ਹੈਂ, ਤਾਂ ਹੱਸਦੇ ਸੀ। ਉਹ ਜਦੋਂ ਕਹਿੰਦੇ ਸੀ ਨਹੀਂ ਗੋਲ ਹੋਇਆ, ਤੇ ਫਿਰ ਉਹ ਹੱਥ ਨਾਲ ਇਸ਼ਾਰਾ ਕਰ ਓਹੋ ਐਂ ਕਰ ਦਿੰਦੇ ਸੀ। ਫਿਰ ਉਹ ਅੱਖਾਂ ਦੇ ਵਿੱਚ ਵੀ ਤੁਹਾਡੇ ਝਲਕ ਰਹੀਆਂ ਚੀਜ਼ਾਂ, ਉਹ ਯਾਦਾਂ ਪੂਰੀ ਫਿਲਮ ਦੀ ਤਰ੍ਹਾਂ ਤੁਹਾਡੇ ਅੱਖਾਂ ਦੇ ਅੱਗੇ ਚੱਲਣੀਆਂ। ਉਹ ਤਾਂ ਚੱਲਣੀ ਜ਼ਿੰਦਗੀ ਭਰ ਚੱਲਣੀਆਂ। ਓਲੰਪਿਕਸ ਹਾਲਾਂਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹੀ ਚੀਜ਼ ਹੈਗੀ ਹੈ। ਜਦੋਂ 3 ਗੋਲਡ ਆਏ, ਜਦੋਂ ਪਹਿਲਾਂ ਓਲੰਪਿਕ ਖੇਡਿਆ ਉਹਨਾਂ ਨੇ, ਔਰ ਦੂਜਾ ਫਿਰ ਤੀਜਾ ਜਦੋਂ ਜਿੱਤ 3 ਵਾਰ ਲਗਾਤਾਰ ਹੋਈ ਹੈਗੀ ਉਸ ਦੇ ਵਿੱਚ, ਤਾਂ ਤੁਹਾਡੇ ਨਾਲ ਆ ਕੇ ਕੀ ਕੀ ਐਕਸਪੀਰੀਅੰਸਿਸ ਉਹਨਾਂ ਨੇ ਸ਼ੇਅਰ ਕੀਤੇ? ਮੈਨੂੰ ਲੱਗਦਾ ਉਦੋਂ ਤਾਂ ਤੁਹਾਡਾ ਜਨਮ ਹੋਇਆ ਹੀ ਸੀਗਾ। ਤੁਸੀਂ ਦੱਸ ਰਹੇ ਸੀ ਜਿਸ ਤਰੀਕੇ ਨਾਲ ਪਹਿਲਾਂ ਜਦੋਂ ਓਲੰਪਿਕ ਖੇਡ ਰਹੇ ਸੀ ਤਾਂ ਤੁਸੀਂ ਉਦੋਂ ਤੁਹਾਡਾ ਜਨਮ ਹੋਇਆ ਸੀਗਾ। ਤਾਂ ਕਿਵੇਂ ਫਿਰ ਬਾਅਦ ਦੇ ਵਿੱਚ ਆ ਕੇ ਕੀ ਕੁਝ ਇਹੋ ਜਿਹੀਆਂ ਗੱਲਾਂ ਓਲੰਪਿਕਸ ਨਾਲ ਜੁੜੀਆਂ ਹੋਈਆਂ ਦੱਸਦੇ ਹੁੰਦੇ ਸੀਗੇ ਜਿਹੜੀਆਂ ਅੱਜ ਤੁਸੀਂ ਦਰਸ਼ਕਾਂ ਨਾਲ ਸਾਂਝੀਆਂ ਕਰ ਸਕਦੇ? ਉਹ ਹਮੇਸ਼ਾ ਕਹਿੰਦੇ ਸੀ ਯੂ ਆਰ ਅ ਲੱਕੀ ਗਰਲ ਫॉर ਮੀ, ਕਿ ਮੈਂ ਪਹਿਲਾ ਓਲੰਪਿਕ ਜਿੱਤਿਆ, ਪਹਿਲੀ ਵਾਰੀ ਗੋਲ ਸਭ ਨਾਲੋਂ ਜ਼ਿਆਦਾ ਕੀਤੇ। ਮਤਲਬ ਸਿਰਫ 2 ਮੈਚ ਖੇਡੇ 48 ਓਲੰਪਿਕਸ ਵਿੱਚ, ਨੰਬਰ 2 ਮੈਚ ਤੇ ਫਾਈਨਲ ਮੈਚ। 2 ਮੈਚਾਂ ਵਿੱਚ ਸਾਰੀ ਟੀਮ ਤੋਂ ਸਭ ਨਾਲੋਂ ਜ਼ਿਆਦਾ ਗੋਲ ਕੀਤੇ। ਯੂ ਨੋ ਉਹਨਾਂ ਨੇ ਮਤਲਬ 6 ਤੇ 2 8 ਗੋਲ ਹੈ, ਤੇ ਸਿਰਫ 2 ਮੈਚਾਂ 'ਚ। ਜਿਹਨੇ ਸਾਰੇ ਮੈਚ ਖੇਡੇ ਉਹਨੇ ਡੈਡ ਨਾਲੋਂ ਘੱਟ ਕੀਤੇ। ਸੋ ਇਹ ਗੱਲਾਂ ਤਾਂ ਸੀ ਉਹਨਾਂ ਨੂੰ। ਇਹ ਲੱਗਦਾ ਵੀ ਸੀ ਵੀ ਮੇਰੇ ਨਾਲ ਥੋੜ੍ਹੀ ਜਿਹੀ ਕਰਦੇ ਆ ਜ਼ਿਆਦਤੀ। ਜਿਸ ਤਰ੍ਹਾਂ ਹੁਣ ਗੱਲਾਂ ਤਾਂ ਦੱਸਦੇ ਸੀ ਬਈ ਮੈਂ ਸੈਮੀਫਾਈਨਲ ਖੇਡ ਰਿਹਾ ਸੀ, ਮੈਨੂੰ ਟੀਮ 'ਚੋਂ ਬਾਹਰ ਵਿਸਲ ਵੱਜਣ ਵਾਲੀ ਹੈ, ਸਾਰੇ ਸਟੇਡੀਅਮ ਇੰਨੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਕਹਿੰਦੇ ਬਾਹਰ ਆ ਜਾ, ਤੂੰ ਨਹੀਂ ਮੈਚ ਖੇਲਣਾ। ਅਤੇ ਮੈਂ ਕੁਐਸਚਨ ਕਰਦੀ ਸੀ ਕਿਉਂਕਿ ਮੈਂ ਦੂਸਰੀ ਜਨਰੇਸ਼ਨ ਦੀ ਹਾਂ। ਮੈਂ ਕਿਹਾ ਡੈਡ ਵੀ ਤੁਸੀਂ ਅੱਗੋਂ ਕੁਛ ਰਿਵੋਲਟ ਹੀ ਨਹੀਂ ਕੀਤਾ? ਮੈਂ ਕਿਹਾ ਮੈਨੂੰ ਕੋਈ ਕੱਢ ਕੇ ਦਿਖਾਵੇ ਸਟੇਡੀਅਮ ਦੇ ਵਿੱਚੋਂ ਬਾਹਰ। ਤਾਂ ਕਹਿੰਦੇ ਸੀ ਬੇਟਾ ਡਿਸਿਪਲਿਨ ਵੀ ਕੋਈ ਚੀਜ਼ ਹੁੰਦੀ ਹੈ ਨਾ। ਮੇਰੇ ਕੈਪਟਨ ਨੇ ਕਿਹਾ ਸੀ, ਮੇਰੇ ਮੈਨੇਜਰ ਨੇ ਕਿਹਾ ਸੀ, ਮੰਨੀ ਤੇ ਸੀਗਾ। ਮੈਂ ਕਿਹਾ ਫਿਰ ਤੁਹਾਨੂੰ ਗੁੱਸਾ ਨਹੀਂ ਆਇਆ? ਕਹਿੰਦੇ ਅੰਦਰੋਂ ਗੁੱਸਾ ਤਾਂ ਬਹੁਤ ਆਉਂਦਾ, ਪਰ ਮੈਂ ਉਹ ਗੁੱਸੇ ਨੂੰ ਦੂਸਰੀ ਡਾਇਰੈਕਸ਼ਨ 'ਚ ਲੈ ਲਿਆ ਕਿ ਮੈਂ ਆਪਣੇ ਆਪ ਨੂੰ ਇੰਨਾ ਪ੍ਰੂਵ ਕਰਨਾ ਕਿ ਮੈਨੂੰ ਕੋਈ ਕੱਢਣਾ ਚਾਹਵੇ ਵੀ ਤਾਂ ਬਾਹਰ ਨਾ ਕੱਢ ਸਕੇ। ਕਹਿੰਦੇ ਫੀਲਡ ਦੇ ਵਿੱਚ ਗੁੱਸਾ ਵਾਸ ਦਾ ਰਿਜ਼ਲਟ ਕਿ 1952 'ਚ ਮੈਂ ਵਰਲਡ ਰਿਕਾਰਡ ਕਾਇਮ ਕੀਤਾ। ਮਤਲਬ 5 ਗੋਲ ਫਾਈਨਲ 'ਚ ਹਾਲੈਂਡ ਦੇ ਅਗੇਂਸਟ, 3 ਗੋਲ ਇੰਡੀਆ ਨੇ ਕੀਤੇ ਸੈਮੀਫਾਈਨਲ 'ਚ ਅਗੇਂਸਟ ਇੰਗਲੈਂਡ, ਉਹ ਤਿੰਨੋਂ ਦੇ ਤਿੰਨੋਂ ਇਹਨਾਂ ਨੇ ਕੀਤੇ। ਅਤੇ ਮਤਲਬ 8 ਗੋਲ 9 'ਚੋਂ ਕਿੰਨੀ ਵੱਡੀ ਗੱਲ ਹੈ। ਹੁਣ 1 ਗੋਲ ਨੂੰ ਰੌਲਾ ਪਾ ਦਿੰਦੇ ਨੇ, ਇੱਕ ਬੰਦਾ ਸਿਲਵਰ ਲੈ ਕੇ ਆਉਂਦਾ, ਬ੍ਰੌਂਜ਼ ਲੈ ਕੇ ਆਉਂਦਾ, ਸਾਰੀ ਕੰਟਰੀ ਜਾਣਦੀ ਹੈ ਤਾਂ ਉਸ ਹਿਸਟਰੀ ਨੂੰ ਤੁਸੀਂ ਮਿਟਾ ਦਿੱਤਾ, ਭੁਲਾ ਦਿੱਤਾ, ਦਫਨਾ ਦਿੱਤਾ, ਜ਼ਿੰਦਾ ਜਿੰਦੇ ਜੀ ਮਿਟਾ ਦਿੱਤਾ। ਇੱਕ ਬਲਬੀਰ ਸਿੰਘ ਸੀਨੀਅਰ ਹੋਣੀ ਇਹ ਵੀ ਗੱਲ ਕਹਿੰਦੇ ਸੀ ਕਿ ਜਿਹੜੇ ਮੇਰੇ ਰਿਕਾਰਡ ਹੈਗੇ ਆ, ਜਿਹੜੇ ਮੈਂ ਬਣਾਏ ਹੋਏ ਨੇ, ਜੇਕਰ ਤੋੜਨੇ ਨੇ ਤਾਂ ਕਿਸੇ ਉਹ ਭਾਰਤੀ ਦੇ ਵੱਲੋਂ ਹੀ ਤੋੜੇ ਜਾਣ। ਸਾਰੇ ਜਰਨਲਿਸਟ ਸੇ ਆ ਕੇ ਕੁਐਸਚਨ ਪੁੱਛਦੇ ਸੀ, ਸਰ ਹਾਊ ਡੂ ਯੂ ਫੀਲ ਅਬਾਊਟ, ਤੁਸੀਂ ਆਪਣੇ ਰਿਕਾਰਡ ਦੇ ਬਾਰੇ ਦੇ ਕੀ ਸੋਚਦੇ ਹੋ? ਕਹਿੰਦੇ ਮੈਂ ਸੋਚਦਾ ਮੇਰਾ ਰਿਕਾਰਡ ਟੁੱਟਣਾ ਚਾਹੀਦਾ ਹੈ, ਪਰ ਜੇ ਟੁੱਟੇ ਮੇਰੀ ਵਿਸ਼ ਇਹ ਹੈ ਕਿ ਉਹ ਕੋਈ ਭਾਰਤੀ ਖਿਲਾੜੀ ਹੀ ਤੋੜੇ, ਫਿਰ ਮਜ਼ਾ ਆਏ। ਤਾਂ ਇਹੋ ਜਿਹੇ ਕਿਸਮ ਦੇ ਬੰਦੇ ਸੀ ਉਹ, ਜਿਨ੍ਹਾਂ ਨੇ ਸਭ ਕੁਝ ਆਪਣਾ ਦੇਸ਼ ਵਾਸਤੇ ਹੀ ਦੇ ਦਿੱਤਾ, ਹਰ ਚੀਜ਼ ਆਪਣੀ ਕਮਾਈ ਹੋਈ, ਜਿਹੜੇ ਮੈਡਲ ਨੇ ਚੀਜ਼ ਫੈਮਿਲੀ ਵੀ ਦੇ ਦਿੱਤੀ, ਬਿਕੋਜ਼ ਸੈਕਰੀਫਾਈਸਡ the comforts of the family for the sake of the country। ਤਾਂ ਫੈਮਿਲੀ ਦੇ ਨਾਲ ਵੀ ਜਿਹੜਾ ਹੈਗਾ ਟਾਈਮ ਨਹੀਂ ਬਿਤਾ ਪਾਉਂਦੇ ਸੀਗੇ, ਸਾਰਾ ਟਾਈਮ ਡੈਡੀਕੇਸ਼ਨ ਹਾਕੀ ਵਾਸਤੇ ਰਹਿੰਦੀ ਹੈ। ਬਿਲਕੁਲ ਸਾਡੀ ਮਾਂ ਨੇ ਸਾਨੂੰ ਪਾਲਿਆ, ਕਿਉਂਕਿ ਡੈਡ ਤੇ ਮੋਸਟਲੀ ਜਾਂ ਤਾਂ ਟ੍ਰੇਨਿੰਗ ਕੈਂਪਸ ਵਿੱਚ ਜਾਂ ਟੂਰਨਾਮੈਂਟਸ 'ਚ ਗਏ ਹੋਏ ਆ, ਜਾਂ ਕਿ ਉਹ ਮੈਂ ਬਈ ਜਦੋਂ 1975 ਦਾ ਵਰਲਡ ਕੱਪ ਹੋਇਆ ਉਦੋਂ ਵੀ ਬਾਬਾ ਜੀ, ਮਾਈ ਫਾਦਰ ਬਾਬਾ ਜੀ
ਪਾਸਡ ਅਵੇ, ਕੋਈ ਛੁੱਟੀ ਨਹੀਂ ਲਈ। ਮਾਂ ਸ਼ੌਕ ਵਿੱਚ ਚਲੇ ਗਏ, ਬ੍ਰੇਨ ਹੈਮਰੇਜ ਹੋ ਗਿਆ, ਹਸਪੀਟਲ 'ਚ ਦਾਖਲ ਹੈ, ਕੋਈ ਛੁੱਟੀ ਨਹੀਂ ਲਈ। ਟੀਮ ਨੂੰ ਟ੍ਰੇਨਿੰਗ ਕਰਦੇ ਰਹੇ, ਟੀਮ ਨੂੰ ਜਿਤਾ ਕੇ ਵਾਪਸ ਲਿਆਏ। ਅਤੇ ਜਿਹੜੇ ਲਾਸਟ ਰਾਈਟਸ ਹੁੰਦੇ ਨੇ, ਬਾਬਾ ਜੀ ਦੇ ਪਾਠ ਹੁੰਦਾ, ਉਹ ਸਾਰਾ ਹੁੰਦਾ, ਉਹ ਵਾਪਸ ਆ ਕੇ 2-2.5 ਮਹੀਨੇ ਬਾਅਦ ਹੋਇਆ ਸੀ। ਉਦੋਂ ਤਾਂ ਸਿਰਫ ਕ੍ਰਿਮੇਸ਼ਨ ਹੋਈ ਸੀ। ਹੁਣ ਇਹੋ ਜਿਹੇ ਬੰਦੇ ਕਿਹੜੀ ਮਿੱਟੀ ਦੇ ਬਣੇ ਨੇ? ਕਿਉਂਕਿ ਸਿਰਫ ਫਤੂਰ ਹੈਗਾ ਤਾਂ ਇੱਕੋ ਹੀ ਹੈ ਵੀ ਮੇਰੀ ਕੰਟਰੀ, ਮੇਰਾ ਦੇਸ਼, ਮੇਰਾ ਝੰਡਾ, ਬਸ। ਉਹ ਬਾਬਾ ਜੀ ਕੋਲੋਂ ਸਿੱਖਿਆ ਸੀ, ਉਹ ਪੂਰਾ ਕੀਤਾ। ਹਾਲਾਂਕਿ ਹੁਣ ਅਸੀਂ ਦੇਖਦੇ ਹਾਂ ਕਿਉਂਕਿ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਹੈ, ਸਾਰੀਆਂ ਤਸਵੀਰਾਂ ਤੁਰੰਤ ਆ ਜਾਂਦੀਆਂ ਨੇ, ਉਵੇਂ ਹੀ ਤੁਰੰਤ ਜਿਹੜੀ ਹੈਗੀਆਂ ਨੇ ਉਹ ਸਟੇਟਮੈਂਟਸ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪੰਜਾਬ ਦੇ ਖੇਡ ਮੰਤਰੀ ਕਹਿ ਰਹੇ ਨੇ ਕਿ ਜਦੋਂ ਹੀ ਫਲਾਈਟ ਤੋਂ ਖਿਡਾਰੀ ਉਤਰਨਗੇ ਤਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਕੈਸ਼ ਪ੍ਰਾਈਜ਼ ਹੋਏਗਾ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਸ ਵੇਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਰਦਾਰ ਬਲਬੀਰ ਸਿੰਘ ਸੀਨੀਅਰ ਹੋਣਾ ਦੀ, ਤਾਂ ਇੱਕ ਇਹ ਵੀ ਬੜਾ ਉਹਨਾਂ ਦਾ ਵਾਕਿਆ ਜਿਹੜਾ ਅਸੀਂ ਜਾਣਨਾ ਚਾਹੁੰਦੇ, ਦਰਸ਼ਕ ਵੀ ਜਾਣਨਾ ਚਾਹੁੰਦੇ, ਕਿਉਂਕਿ ਉਸ ਟਾਈਮ ਦੇ ਵਿੱਚ ਨੌਕਰੀ ਹੋਣਾ, ਔਰ ਉਹ ਵੀ ਸਰਕਾਰੀ ਨੌਕਰੀ ਹੋਣਾ, ਔਰ ਪੁਲਿਸ ਦੇ ਵਿੱਚ ਨੌਕਰੀ ਮਿਲਣਾ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਸਮਝੀ ਜਾਂਦੀ ਸੀਗੀ। ਅੱਜ ਦੇ ਨੌਜਵਾਨ ਕਹਿੰਦੇ ਨੇ ਕਿ ਆ ਦੇਖੋ ਸਾਡੇ ਕੋਲ ਮੈਡਲ ਨੇ ਔਰ ਉਸ ਦੇ ਬਾਵਜੂਦ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਬਲਬੀਰ ਸਿੰਘ ਸੀਨੀਅਰ ਉਹਨਾਂ ਨੂੰ ਕਿਵੇਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਾਇਆ ਗਿਆ ਸੀ, ਔਰ ਉਹ ਹੱਥਕੜੀਆਂ ਵਾਲੀ ਗੱਲ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਕਿਵੇਂ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਹੈਗਾ ਕਿਹਾ ਸੀਗਾ ਕਿ ਤੁਸੀਂ ਪੁਲਿਸ 'ਚ ਜਿਹੜਾ ਹੈਗਾ। ਉਹ ਇਹ ਹੈਗੀ ਹੈ ਕਿ ਪੰਜਾਬ ਦੀ ਟੀਮ ਸਟਰੋਂਗੈਸਟ ਸੀ। ਪੰਜਾਬ ਵਿੱਚ ਹਾਕੀ ਹੈ ਹੀ ਬਹੁਤ ਸੀ, ਪਿੰਡਾਂ ਪਿੰਡਾਂ 'ਚ, ਗਲੀਆਂ ਗਲੀਆਂ, ਜਿਸ ਤਰ੍ਹਾਂ ਹੁਣ ਕ੍ਰਿਕਟ ਖੇਡਦੇ ਨੇ ਨਾ, ਉਦੋਂ ਹਾਕੀ ਖੇਡਦੇ ਸੀ। ਅਤੇ ਲਾਹੌਰ ਵਿੱਚ ਸਿੱਖ ਨੈਸ਼ਨਲ ਕਾਲਜ, ਅਤੇ ਉਹ ਆਪਣਾ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ, ਇਹਨਾਂ ਦੀਆਂ ਟੀਮਾਂ ਬਹੁਤ ਤਕੜੀਆਂ ਸੀ। ਅਤੇ ਡੈਡ ਸਭ ਨਾਲੋਂ ਪਹਿਲਾਂ ਤਾਂ ਉੱਥੇ ਸੀ ਮੋਗੇ, ਜਦੋਂ ਪੜ੍ਹਦੇ ਸੀ ਦੇਸ ਸਮਾਜ ਸਕੂਲ 'ਚ, ਤਾਂ ਸਾਰੀ ਸਕੂਲਿੰਗ ਉਹਨਾਂ ਦੀ ਦੇਸ ਸਮਾਜ ਸਕੂਲ 'ਚ ਹੈ। ਉਹਦੇ ਬਾਅਦ ਉਹ DM ਕਾਲਜ ਵਿੱਚ ਦਾਖਲ ਹੋਏ ਦਿੱਲੀ, ਅਤੇ FA ਵਿੱਚ ਫੇਲ ਹੋ ਗਏ ਕਿਉਂਕਿ ਆਪ ਦੱਸਦੇ ਨੇ ਵੀ ਕਲਾਸ 'ਚ ਬੈਠੇ ਇਹ ਨਹੀਂ, ਮੈਨੂੰ ਦਿਮਾਗ ਨਹੀਂ ਸੀ, ਮੇਰਾ ਦਿਮਾਗ ਚੱਲਦਾ ਹਾਕੀ ਵੱਲ ਸੀ। ਮੈਂ ਪੇਜ ਦੇ ਉੱਪਰ ਡਰਾਇੰਗ ਕਰਦਾ ਰਹਿੰਦਾ ਸੀ, ਹਾਕੀ ਦੇ ਡਿਜ਼ਾਈਨ ਬਣਾਉਂਦਾ ਰਹਿਣਾ, ਤਾਂ ਫੇਲ ਹੋ ਗਏ। ਕਹਿੰਦੇ ਫੇਰ ਜੀ ਉੱਥੇ ਕਹਿੰਦੇ ਹੁਣ ਕੀ ਕਰਨਾ? ਮਾਸਟਰ ਬਾਬਾ ਜੀ ਟੀਚਰ ਵੀ ਸੀ ਉੱਥੇ ਹੀ ਸਕੂਲ 'ਚ, ਬਈ ਟੀਚਰ ਦਾ ਮੁੰਡਾ ਫੇਲ ਹੋ ਗਿਆ, ਬੜੀ ਬੇਇੱਜ਼ਤੀ ਦੀ ਗੱਲ ਹੈ। ਇੱਕ ਲੈਕਚਰਰ ਸੀ ਸਿੱਖ ਨੈਸ਼ਨਲ ਕਾਲਜ ਦਾ, ਮੋਗੇ ਦਾ ਸੀ, ਆਇਆ ਹੋਇਆ ਸੀ ਛੁੱਟੀ। ਉਹਨੇ ਦੇਖਿਆ ਅਤੇ ਬਾਬਾ ਜੀ ਨੂੰ ਕਹਿੰਦਾ ਮੈਂ ਤੇਰੇ ਮੁੰਡੇ ਨੂੰ ਨਾਲ ਲੈ ਜਾਂਦਾ ਸਿੱਖ ਨੈਸ਼ਨਲ ਕਾਲਜ ਲਾਹੌਰ। ਕਹਿੰਦੇ ਬਾਬਾ ਜੀ ਕਹਿੰਦੇ ਬਈ ਵਿਗੜ ਜਾਊਗਾ ਲਾਹੌਰ ਜਾ ਕੇ। ਕਹਿੰਦੇ ਵਿਗੜ ਤੇ ਗਿਆ ਜਿਹੜਾ ਫੇਲ ਹੋ ਗਿਆ, ਹੁਣ ਇਹਦਾ ਚੰਗਾ ਹੀ ਹੋਊਗਾ। ਉੱਥੇ ਲੈ ਕੇ ਗਏ, ਫ੍ਰੀ ਬੋਰਡਿੰਗ ਲੌਜਿੰਗ, ਸਿੱਖ ਨੈਸ਼ਨਲ ਕਾਲਜ, ਉੱਥੇ ਖੇਡਣਾ ਸ਼ੁਰੂ ਕੀਤਾ। ਉਹਨਾਂ ਦੀ 3C ਲੀਗ 'ਚ ਟੀਮ ਹੁੰਦੀ ਸੀ। ਡੈਡ ਦੇ ਜਾਂਦਿਆਂ ਹੀ ਸੈਂਟਰ ਫਾਰਵਰਡ ਖੇਡਦੇ ਸੀ, ਬਹੁਤ ਚੰਗਾ ਖੇਡਦੇ ਸੀ, ਤਾਂ A ਲੀਗ ਵਿੱਚ ਆ ਗਏ। ਉੱਥੇ ਸਰਦਾਰ ਹਰਬੇਲ ਸਿੰਘ ਖਾਲਸਾ ਕਾਲਜ ਦੇ ਜਿਹੜੇ ਸਪੋਰਟਸ ਇੰਚਾਰਜ ਸੀ, ਉਹਨਾਂ ਨੇ ਉਹਨਾਂ ਨੂੰ ਸਪੌਟ ਕੀਤਾ, ਬਈ ਇੱਕ ਮੁੰਡਾ ਕਮਾਲ ਦੀ ਹਾਕੀ ਖੇਡਦਾ, ਗੋਲ 'ਤੇ ਗੋਲ ਕਰਦਾ। ਉਹਨਾਂ ਨੂੰ ਕਹਿੰਦੇ ਤੂੰ ਸਾਡੇ ਖਾਲਸਾ ਕਾਲਜ ਆ ਜਾ। ਖਾਲਸਾ ਕਾਲਜ, ਉਹ ਬਾਬਾ ਜੀ ਦੀ ਇਹ ਗੱਲ ਸੀ ਕਿ ਡਿਸਪਲਿਨ ਬਹੁਤ ਤੇਜ਼ ਸੀ। ਜਿਹੜੇ ਉੱਥੇ ਸਿੱਖ ਨੈਸ਼ਨਲ ਕਾਲਜ ਵਿੱਚ ਵੀ ਜਿੱਥੇ ਤੂੰ ਜਾ ਕੇ ਪਾਸ ਕੀਤੀ ਹੈ FA, ਉੱਥੇ ਹੀ ਤੂੰ BA ਵੀ ਕਰਨੀ ਹੈ। ਇਹ ਉਹਨਾਂ ਨੂੰ ਜ਼ਬਰਦਸਤੀ ਆਪਣੇ ਖਾਲਸਾ ਕਾਲਜ ਲੈ ਆਏ। ਇਹਨਾਂ ਦਾ ਸਮਾਨ ਚੁੱਕ ਕੇ ਚੋਰੀ ਡੈਡ ਦਾ ਖਾਲਸਾ ਕਾਲਜ ਲੈ ਗਏ। ਕਹਿੰਦੇ ਅਸੀਂ ਤੇਰਾ ਸਮਾਨ ਲੈ ਚੱਲੇ ਹਾਂ, ਜਦੋਂ ਤੇਰਾ ਜੀ ਕਰੂਗਾ ਤੂੰ ਖਾਲਸਾ ਕਾਲਜ ਆ ਜਾਈ। ਉਹ ਦਿਨ ਗਿਆ ਉੱਥੇ, ਫਿਰ ਉਹਨਾਂ ਨੇ BA ਵੀ ਕੀਤੀ, MA ਇੰਗਲਿਸ਼ ਵੀ ਜੁਆਇਨ ਕੀਤੀ ਖਾਲਸਾ ਕਾਲਜ ਵਿੱਚ। ਹੁਣ ਉੱਥੇ ਜਿਹੜੇ ਉਹਨਾਂ ਦੇ ਕੋਚ ਸੀ ਸਰਦਾਰ ਹਰਬੇਲ ਸਿੰਘ, ਸਵਰਗਾਂ 'ਚ ਵਾਸਾ ਹੋਏ ਉਹਨਾਂ ਦਾ। ਡੈਡ ਜਿੰਨੀ ਉਹਨਾਂ ਦੀ ਰਿਸਪੈਕਟ ਕਰਦੇ ਆ ਉਹ ਘੱਟ ਸੀ। ਹਮੇਸ਼ਾ ਉਹਨਾਂ ਦਾ ਹੀ ਨਾਂ ਕਹਿੰਦੇ ਸੀ। ਜਦੋਂ ਕਿਸੇ ਨੇ ਪ੍ਰੇਜ਼ ਕਰਨੀ ਨਾ ਡੈਡ ਦੀ, ਉਹ ਬਸ ਸ਼ੁਰੂ ਕਰਦੇ ਸੀ ਆਪਣੇ ਪੇਰੈਂਟਸ ਤੋਂ, ਮੇਰੇ ਟੀਚਰਸ, ਮੇਰੇ ਪੇਰੈਂਟਸ, ਮੇਰੇ ਕੋਚ ਅਤੇ ਮੇਰੇ ਨਾਲ ਦੇ ਖਿਲਾੜੀ, ਉਹਨਾਂ ਨੂੰ ਸਾਰੀਆਂ ਚੀਜ਼ਾਂ ਡਿਵੋਟਿਡ ਨੇ, ਮੈਂ ਤਾਂ ਕੁਛ ਵੀ ਨਹੀਂ ਕੀਤਾ, ਇਹ ਕਹਿੰਦੇ ਸੀ। ਪਰ ਇਹ ਜਿਹੜੇ ਕੋਚ ਸੀ, ਇਹ ਜਦੋਂ ਟੀਮ ਦੀ ਟ੍ਰੇਨਿੰਗ ਹੋ ਜਾਂਦੀ ਸੀ, ਉਹਦੇ ਬਾਅਦ ਇੱਕ ਘੰਟਾ ਇਕੱਲੇ ਡੈਡ ਨੂੰ ਲੈ ਕੇ ਹਾਕੀ ਦੇ ਗਰਾਊਂਡ 'ਚ ਚਲੇ ਜਾਂਦੇ ਸੀ, ਅਤੇ ਉੱਥੇ ਉਹਨਾਂ ਦੀ ਪ੍ਰੈਕਟਿਸ ਕਰਾਉਂਦੇ ਸੀ। ਥੈਲਾ ਵੱਡਾ ਸਾਰਾ ਬਾਲਾਂ ਦਾ ਪਕੜ ਲੈਣਾ, ਕਹਿੰਦੇ ਮੈਂ ਤੇਰੇ ਗਿੱਟਿਆਂ ਨੂੰ ਮਾਰਨੀ, ਜਿਹੜੇ ਪਾਸੇ ਵੀ ਮਾਰਾਂ ਤੂੰ ਆਉਂਦੀ ਨੂੰ ਹਿੱਟ ਮਾਰਨੀ ਹੈ ਗੋਲ ਵਿੱਚ। ਸੋ ਹੀ ਵਾਜ਼ ਸੋ ਕੰਪੀਟੈਂਟ ਔਨ ਦੈਟ। ਅਬ ਪਿਛਲੇ ਵੀਡੀਓਜ਼ ਅਸੀਂ ਦੇਖਦੇ ਹਾਂ ਓਲੰਪਿਕਸ ਦੇ, ਐਫਰਟਲੈਸ, ਮਤਲਬ ਹੱਥ 'ਚ ਆਈ ਨਹੀਂ ਬਾਲ, ਐਂ ਗਈ ਜਿਵੇਂ ਪਤਾ ਨਹੀਂ ਕੀ ਜਾਦੂ ਹੈਗਾ। ਤਾਂ ਉਹ ਰਿਸਪੈਕਟ ਕਰਦੇ ਸੀ ਉਹਨਾਂ ਨੂੰ। ਜਦੋਂ ਉੱਥੇ ਫਿਰ ਨੈਸ਼ਨਲਸ ਵਗੈਰਾ ਜਿੱਤਣੇ ਸ਼ੁਰੂ ਕਰਤੇ,
ਬਲਬੀਰ ਦਾ ਨਾਂ ਆਉਣ ਲੱਗ ਪਿਆ, ਅਖਬਾਰ 'ਚ ਆ ਜਾਂਦਾ ਸੀ। ਸਰ ਜੌਨ ਬੈਨਟ ਪੁਲਿਸ ਦਾ ਸੀ ਚੀਫ, ਜਿਨਨੇ ਫਿਰ ਫੜ ਕੇ ਜੀ ਜ਼ਬਰਦਸਤੀ ਇਹਨਾਂ ਨੂੰ ਦਾਖਲ ਆਪਣੀ ਪੁਲਿਸ 'ਚ ਭਰਤੀ ਕਰਵਾਇਆ ਵੀ ਆ ਮੁੰਡਾ ਸਾਨੂੰ ਚਾਹੀਦਾ ਜਿਹੜਾ ਸਾਡੀ ਟੀਮ ਨੂੰ ਬਣਾਵੇ। ਉੱਥੋਂ ਫਿਰ ਕਹਾਣੀ ਪਲਟ ਗਈ। ਹੱਥਕੜੀਆਂ ਵਾਲਾ ਕਿੱਸਾ ਕੀ ਸੀਗਾ? ਹੱਥਕੜੀਆਂ, ਕਿਉਂਕਿ ਉਹ ਡੈਡ ਸੀ ਫਰੀडम ਫਾਈਟਰ ਦੇ ਬੇਟੇ, ਅਗੇਂਸਟ ਪੁਲਿਸ ਤਾਂ ਬਹੁਤ ਤੰਗ ਕਰਦੀ ਸੀ। ਤਾਂ ਜਦੋਂ ਪਤਾ ਲੱਗਾ ਵੀ ਸਰ ਬੈਨਟ ਨੇ ਜ਼ਬਰਦਸਤੀ ਕਰ ਲੈਣਾ ਮੈਨੂੰ ਭਰਤੀ, ਉਹ ਉੱਥੋਂ ਕਾਲਜ ਤੋਂ ਬੋਰੀ ਬਿਸਤਰਾ ਚੁੱਕ ਕੇ ਭੱਜ ਗਏ, ਦਿੱਲੀ ਚਲੇ ਗਏ PWD ਡਿਪਾਰਟਮੈਂਟ। ਉਹਨਾਂ ਨੇ ਬੜੀ ਵਾਰੀ ਕਿਹਾ ਸੀ, ਚੰਗੇ ਪਲੇਅਰ ਸਾਰੇ ਮੰਗਦੇ ਹੁੰਦੇ ਆ ਸਾਡੀ ਟੀਮ ਨੂੰ ਜੁਆਇਨ ਕਰ ਲੈ। ਚੋਰੀ ਉੱਥੇ ਚਲੇ ਗਏ, ਜੁਆਇਨ ਕਰ ਲਿਆ। ਉੱਥੇ ਕੋਈ ਟੂਰਨਾਮੈਂਟ ਉਹਨਾਂ ਦੇ ਲੋਕਲ ਸੀ ਦਿੱਲੀ, ਉਹ ਅਖਬਾਰਾਂ 'ਚ ਹੈਡਲਾਈਨਸ ਆ ਗਏ, ਇੱਕ ਨਵਾਂ ਮੁੰਡਾ ਆਇਆ ਬਲਬੀਰ ਸਿੰਘ, ਉਹ ਤੇ ਗੋਲ ਕਰਦਾ, ਟੀਮ ਉਹਨਾਂ ਦੀ ਜਿੱਤਣ ਲੱਗ ਗਈ ਸਾਰਿਆਂ ਦੀ। ਇਹਨੂੰ ਖਬਰ ਇੱਥੇ ਮਿਲ ਗਈ ਪੰਜਾਬ 'ਚ, ਸਰ ਜੌਨ ਬੈਨਟ ਨੂੰ, ਪੁਲਿਸ ਚੀਫ ਕਹਿੰਦਾ ਤੁਸੀਂ ਮੁੰਡੇ ਨੂੰ ਜਾਣ ਕਿਸ ਤਰ੍ਹਾਂ ਦਿੱਤਾ। ਪੂਰੀ ਪੁਲਿਸ ਟੀਮ ਭੇਜੀ। ਐਕਚੁਅਲੀ ਉਹ ਕਹਿੰਦੇ ਘੰਟੀ ਵੱਜੀ, ਸਵੇਰੇ ਦਰਵਾਜ਼ਾ ਖੋਲ੍ਹਿਆ ਆਪਣੇ ਕਮਰੇ ਦਾ, ਅੱਗੇ ਪੁਲਿਸ ਖੜੀ ਹੈ, ਜਾਂਦਿਆਂ ਨੂੰ ਹੱਥਕੜੀ ਲਾਤੀ। ਐਂਡ ਦੇ ਡਿਡ ਨਾਟ ਪ੍ਰੈਕਟੀਕਲੀ ਉਹਨਾਂ ਨੇ ਰਿਮੂਵ ਨਹੀਂ ਕੀਤੀ ਹੱਥਕੜੀ ਜਦੋਂ ਤੱਕ ਇੱਥੇ ਫਲੋਰ ਨਹੀਂ ਲਿਆਂਦਾ ਜਿੱਥੇ ਇਹ ਪੁਲਿਸ ਵਾਲਿਆਂ ਦੀ ਚੱਲ ਰਹੀ ਸੀ ਸਿਲੈਕਸ਼ਨ। ਉੱਥੇ ਜਾਂਦਿਆਂ ਨੂੰ ਕਹਿੰਦੇ ਮੂੰਹ ਮਾ ਧੋ ਲੈ, ਨਲਕਾ ਹੈਗਾ ਮੂੰਹ ਧੋ ਲੈ ਆਪਣਾ ਅਤੇ ਚੱਲ ਪੇਸ਼ ਹੋ ਜਾ ਅੰਦਰ ਸੀਨੀਅਰ ਅਫਸਰਸ ਦੇ ਅੱਗੇ। ਉੱਥੇ ਪੁੱਛੇ ਜਾ ਕੇ ਕੁਐਸਚਨ ਪੁੱਛਣ ਲੱਗੇ, ਇੰਟਰਵਿਊ ਲੈ ਰਹੇ ਸੀ, ਤੁਹਾਡਾ ਨਾਮ ਕਿਆ ਹੈ ਪੁੱਛ ਪੱਛ ਕੇ, ਅਤੇ ਤੁਸੀਂ ਤੂੰ ਕੀ ਕਰਦਾ? ਕਹਿੰਦਾ ਮੈਂ ਕਿਹੜੇ ਸਬਜੈਕਟ ਪੜ੍ਹੇ, ਇਕਨੋਮਿਕਸ ਪੜ੍ਹਿਆ, ਫਲਾਣਾ ਪੜ੍ਹਿਆ। ਅੱਛਾ ਵਾਟ ਇਜ਼ ਇਨਫਲੇਸ਼ਨ? ਉਹ ਇੱਕ ਅੰਗਰੇਜ਼ ਕਹਿੰਦਾ ਡੋਂਟ ਆਸਕ ਹਿਮ ਐਨੀ ਕੁਐਸਚਨਸ, Sir John Bennett, he is Sir John Bennett's man, he wants him in the police service. ਕਹਿੰਦੇ ਓਕੇ ਜੈਂਟਲਮੈਨ ਯੂ ਆਰ ਸਿਲੈਕਟਡ ਇਨ ਪੁਲਿਸ। ਜ਼ਬਰਦਸਤੀ ਉਹਦੇ ਬਾਅਦ ਬਾਹਰ ਨਿਕਲੇ, ਅੰਗੂਠੇ ਗਾਠੇ ਲਗਾ ਲਏ, ਕਹਿੰਦੇ ਹੁਣ ਭੱਜ ਕਿੱਥੇ ਭੱਜਦਾ, ਹੁਣ ਤਾਂ ਪੁਲਿਸ 'ਚ ਹੀ ਰਹਿਣਾ ਪੈਣਾ। ਸੋ ਬਹੁਤ ਸਾਰੇ ਮੈਨੂੰ ਲੱਗਦਾ ਕਿੱਸੇ ਹੈਗੇ ਨੇ, ਕਿੰਨੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਯਾਦ ਆਪਾਂ ਕਰ ਸਕਦੇ ਹੈਗੇ ਆ। ਆਖਿਰ ਦੇ ਵਿੱਚ ਇੱਕ ਕਿੱਸਾ, ਕਿਉਂਕਿ ਹੁਣ ਖੇਡਾਂ ਚੱਲ ਰਹੀਆਂ ਨੇ, ਪਲੇਅਰਸ ਵੀ ਮੈਦਾਨ ਦੇ ਵਿੱਚ ਹੈਗੇ ਨੇ, ਔਰ ਜਦੋਂ ਬਲਬੀਰ ਸਿੰਘ ਸੀਨੀਅਰ ਹੋਣੀ ਮੈਦਾਨ ਦੇ ਵਿੱਚ ਹੁੰਦੇ ਸੀ, ਉਹਨਾਂ ਦਾ ਆਪਣਾ ਰੋਬ ਹੁੰਦਾ ਸੀਗਾ, ਪਲੇਅਰਸ ਡਰਦੇ ਹੁੰਦੇ ਸੀਗੇ। ਔਰ ਮੈਨੂੰ ਕਿੱਸਾ ਉਹ ਵੀ ਯਾਦ ਆ ਰਿਹਾ ਕਿ ਜਦੋਂ ਫ੍ਰੈਕਚਰ ਹੋਇਆ ਸੀ ਉਸ ਦੇ ਬਾਵਜੂਦ ਖਿਡਾਇਆ ਗਿਆ ਸੀ ਤਾਂ ਕਿ ਦੂਸਰੀ ਟੀਮ ਦੇ ਉੱਤੇ ਜਿਹੜਾ ਹੈਗਾ ਉਹ ਦਬਾਅ ਬਣਾਇਆ ਜਾ ਸਕੇ, ਤਾਂ ਫ੍ਰੈਕਚਰ ਹੁੰਦੇ ਹੋਏ ਵੀ ਉਹ ਮੈਦਾਨ ਦੇ ਵਿੱਚ ਉਹਨੂੰ ਕਿਹਾ ਗਿਆ ਕਿ ਆਪਣੀਆਂ ਦੋਨੋਂ ਹੱਥ ਜਿਹੜੇ ਤੂੰ ਪਾਕਿਟ ਦੇ ਵਿੱਚ ਰੱਖਣੇ, ਕਿਸੇ ਨਾਲ ਸ਼ੇਕ ਹੈਂਡ ਨਹੀਂ ਕਰਨਾ, ਔਰ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਫ੍ਰੈਕਚਰ ਹੋਇਆ। ਅਤੇ ਕਿਉਂਕਿ ਇੰਨਾ ਡਰਦੇ ਸੀ ਆਪੋਜੀਸ਼ਨ ਟੀਮ ਵਾਲੇ, ਦੋ ਤਿੰਨ ਪਲੇਅਰ ਇਹਨਾਂ ਦੇ ਉੱਪਰ ਮਾਰਕ ਕਰਨ ਲਈ ਲਾ ਦਿੰਦੇ ਸੀ ਬਈ ਉਹ ਬਾਕੀ ਪਲੇਅਰ ਜਿਹੜੇ ਫ੍ਰੀ ਹੋ ਜਾਣਗੇ ਗੋਲ ਕਰਨ ਲਈ, ਤਾਂ ਕਰਕੇ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦੀ ਕਮਾਈ ਰਹੀ ਹੈ ਪੂਰੀ ਜ਼ਿੰਦਗੀ ਭਰ ਦੀ, ਔਰ ਜਿਹੜੀ ਤੁਸੀਂ ਵੀ ਇਸ ਵੇਲੇ ਸੰਘਰਸ਼ ਕਰ ਰਹੇ ਹੋ, ਉਹ ਮੈਡਲ, ਉਹ ਚੀਜ਼ਾਂ ਪਾਉਣ ਦੇ ਲਈ ਉਹ ਤੁਹਾਨੂੰ ਪ੍ਰਾਪਤ ਹੋਣ, ਤਾਂ ਕਿ ਅਸੀਂ ਵੀ ਔਰ ਤਮਾਮ ਉਹ ਲੋਕ ਜਿਹੜੇ ਹੈਗੇ ਨੇ ਉਹ ਉਸ ਚੀਜ਼ ਨੂੰ ਵੇਖ ਸਕਣ, ਉਹਨਾਂ ਦੀ ਕੀਤੀ ਹੋਈ ਕਮਾਈ, ਉਹਨਾਂ ਦਾ ਕਮਾਇਆ ਹੋਇਆ ਉਹ ਸਾਰਾ ਸਮਾਨ ਜਿਹੜਾ ਹੈਗਾ ਉਹ ਲੋਕਾਂ ਤੱਕ ਵੀ ਜਿਹੜਾ ਹੈਗਾ ਉਹ ਦਿਖਾਇਆ ਜਾ ਸਕੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਕਿਸੇ ਪਾਸਿਓਂ ਤੇ ਜਸਟਿਸ ਹੋਵੇ, ਇਹ ਗੱਲ ਹੈ ਨਾ। ਇੱਕ ਬੰਦੇ ਨੇ ਜਿਹਨੇ ਕਮਾਈ ਕੀਤੀ ਉਹਨੂੰ ਹੋਰ ਨਹੀਂ ਕੁਛ, ਤੇ ਇੰਨੀ ਰੈਕੋਗਨੀਸ਼ਨ ਤਾਂ ਦੇ ਦਿਓ ਕਿ ਆਉਣ ਵਾਲੀਆਂ ਪੁਸ਼ਤਾਂ ਯਾਦ ਰੱਖਣ। that should act as an inspiration for the younger generations. ਉਹ ਵੀ ਮਿਸਿੰਗ ਹੈ। ਤਾਂ ਆਸ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਪਰਿਵਾਰ ਇਹ ਮੰਗ ਰੱਖ ਰਿਹਾ ਹੈ, ਇਹ ਗੁਹਾਰ ਲਗਾ ਰਿਹਾ ਹੈ ਕਿ ਜੋ ਕਮਾਈ ਹੈਗੀ ਹੈ ਉਹ ਤਾਂ ਘੱਟੋ ਘੱਟ ਜਿਹੜੀ ਹੈ ਉਹ ਪਰਿਵਾਰ ਨੂੰ ਮਿਲ ਜਾਵੇ, ਨਹੀਂ ਤਾਂ ਲੋਕਾਂ ਤੱਕ ਜਿਹੜੀ ਹੈਗੀ ਆ ਉਹ ਚੀਜ਼ ਦਿਖਾਈ ਜਾ ਸਕੇ ਜੋ ਬਲਬੀਰ ਸਿੰਘ ਸੀਨੀਅਰ ਹੋਣਾ ਨੇ ਆਪਣੀ ਤਾਂ ਉਮਰ ਕਮਾਈ ਹੈ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।